ਧੰਨ ਵਾਹਿਗੁਰੂ ਸਾਹਿਬ ਜੀਓ। ਸੁਖ ਦੁਖ ਜਹ ਪਰਸੈ ਨਹੀਂ, ਲੋਭ ਮੋਹ ਅਭਮਾਨ। ਕਹੋ ਨਾਨਕ ਸੁਨ ਰੇ ਮਨਾ, ਸੋ ਮੂਰਤ ਭਗਵਾਨ। ਸੁਖ ਦੁਖ ਜੇ ਪਰਸੈ ਨਹੀਂ, ਲੋਭ ਮੋਹ ਅਭਮਾਨ। ਕਹੋ ਨਾਨਕ ਸੁਨ ਰੇ ਮਨਾ, ਸੋ ਮੂਰਤ ਭਗਵਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਸਾਰ ਵਿੱਚ ਆਪਾਂ ਕਿਸੇ ਵੀ ਚੀਜ਼ ਦੀ ਪਹਿਚਾਣ ਉਸ ਦੇ ਕੁਝ ਨਿਸ਼ਾਨੀਆਂ ਤੋਂ ਕਰਦੇ ਹਾਂ। ਨਿਸ਼ਾਨੀਆਂ ਤੋਂ ਪਤਾ ਲੱਗ ਜਾਂਦਾ ਹੈ, ਪਹਿਚਾਣ ਕਰਨੀ ਸੌਖੀ ਹੋ ਜਾਂਦੀ। ਇਸੇ ਤਰ੍ਹਾਂ ਗੁਰਮਤਿ ਵਿੱਚ ਧਰਮੀ ਮਨੁੱਖ ਦੀ, ਅਧਿਆਤਮਕ ਜੀਵਨ ਜਿਉਣ ਵਾਲੇ ਮਨੁੱਖ ਦੀ, ਉਹਦੀ ਵੀ ਪਹਿਚਾਣ ਕੁਝ ਨਿਸ਼ਾਨੀਆਂ ਤੋਂ ਹੁੰਦੀ ਹੈ। ਅੰਮ੍ਰਿਤ ਬਾਣੀ ਦੇ ਬਚਨ ਨੇ, ਸਾਹਿਬ ਆਖਦੇ ਨੇ ਅੱਜ ਦਾ ਜਿਹੜਾ ਪਾਵਨ ਬਚਨ ਆਇਆ ਹੈ, ਵੀ ਉਸ ਮਨੁੱਖ ਦੀਆਂ 5 ਨਿਸ਼ਾਨੀਆਂ ਨੇ। ਸੁਖ ਦੀ ਅਵਸਥਾ ਵਿੱਚ, ਦੁੱਖ ਦੀ ਅਵਸਥਾ ਵਿੱਚ, ਲੋਭ ਮੋਹ ਅਹੰਕਾਰ ਦਾ ਉਹਦੇ 'ਚ ਕੀ ਅਸਰ ਹੈ। ਪਰਸ਼ੇ ਦਾ ਅਰਥ ਹੁੰਦਾ ਹੈ ਸਪਰਸ਼ ਕਰਨਾ, ਆਪਣਾ ਅਸਰ ਛੱਡਣਾ। ਜਿਹੜੇ ਮਨੁੱਖ ਦੇ ਉੱਤੇ ਰੱਬ ਦੀ ਕਿਰਪਾ ਹੈ, ਪਰਮੇਸ਼ਰ ਦੀ ਰਹਿਮਤ ਹੈ, ਉਹਨੇ ਰੱਬ ਦੇ ਗੁਣ ਗਾਏ ਨੇ, ਉਸ ਦੇ ਉੱਤੇ ਇਹਨਾਂ ਚੀਜ਼ਾਂ ਦਾ ਕੋਈ ਅਸਰ ਨਹੀਂ ਹੁੰਦਾ। ਅਸਲ ਵਿੱਚ ਜੀਵਨ ਸ਼ੈਲੀ ਨੂੰ ਵਿਗਾੜ ਦਿੰਦੀਆਂ ਨੇ, ਜੀਵਨ ਜਿਉਣ ਦਾ ਢੰਗ ਬਦਲਾ ਦਿੰਦੀਆਂ ਨੇ ਬੰਦੇ ਦਾ। ਜਿਵੇਂ ਸੁੱਖ ਹੈ, ਜੇ ਸੁੱਖ ਦਾ ਅਸਰ ਵੀ ਕਬੂਲ ਕਰਦਾ ਫਿਰ ਇਹ ਰੋਗ ਬਣ ਜਾਣਾ ਹੈ। ਜੇ ਸੁੱਖ ਰਹਿਣਾ ਬਣ ਗਿਆ, ਸੁੱਖ ਦੇ ਅਸਰ ਹੇਠ ਚਲਾ ਗਿਆ, ਸੁੱਖ ਦੀ ਗੁਲਾਮੀ ਵਿੱਚ ਚਲਾ ਗਿਆ, ਸੱਚ ਕਰਕੇ ਜਾਣਿਓ, ਫਿਰ ਆਪਣੇ ਸੁੱਖਾਂ ਦੀ ਖਾਤਰ ਕਿਸੇ ਨੂੰ ਦੁੱਖ ਵੀ ਦੇਗਾ, ਆਪਣੇ ਸੁੱਖਾਂ ਦੀ ਖਾਤਰ ਕਿਸੇ ਨੂੰ ਲੁੱਟੇਗਾ ਵੀ, ਕਿਸੇ ਨਾਲ ਬੇਈਮਾਨੀ ਵੀ ਕਰੇਗਾ, ਸਾਰੇ ਔਗਣਾਂ ਦਾ ਜਨਮ ਹੋ ਜਾਣਾ। ਇਹ ਅਸਰ ਹੈ। ਪਰ ਜਿਹੜਾ ਧਰਮੀ ਬੰਦਾ ਹੈ ਉਹ ਸੁੱਖ ਤੇ ਮੰਨਦਾ ਹੈ, ਸੁੱਖ ਦਾ ਅਸਰ ਕਬੂਲ ਨਹੀਂ ਕਰਦਾ। ਉਹ ਆਪਣੇ ਦਿਲ ਨੂੰ, ਆਪਣੇ ਮਨ ਨੂੰ, ਆਪਣੇ ਮਨ ਮੰਦਰ ਵਿੱਚ ਇੱਕ ਵਿਚਾਰ ਰੱਖ ਲੈਂਦਾ, ਮਾਲਕ ਜੀ ਤੂੰ ਸਮਰੱਥ ਅਕਥ ਅਗੋਚਰ, ਜੀਓ ਪਿੰਡ ਤੇਰੀ ਰਾਸ, ਰਹਿਮ ਤੇਰੀ ਸੁਖ ਪਾਇਆ, ਸਦਾ ਨਾਨਕ ਕੀ ਅਰਦਾਸ। ਤੇਰੀ ਰਹਿਮਤ ਵਿੱਚੋਂ ਸੁੱਖ ਮਿਲਿਆ, ਇਹ ਨਿਰੀ ਮੇਰੀ ਮਿਹਨਤ ਦਾ ਨਤੀਜਾ ਨਹੀਂ ਹੈ। ਤੂੰ ਬਖਸ਼ਿਸ਼ ਕਰਦਿਆਂ ਸੁੱਖ ਤਾਂ ਮਿਲਦਾ ਹੈ। ਉਹ ਆਪਣੇ ਅੰਦਰ ਨੂੰ ਸਮਝਾਉਂਦਾ, ਸੋਈ ਧਿਆਈਏ ਜੀਅੜੇ, ਸਿਰ ਸ਼ਾਹਾਂ ਪਾਤਸ਼ਾਹ, ਤਿਸਕੀ ਕੀ ਕਰ ਆਸਮਨ, ਜਿਸ ਕਾ ਸਭ ਸਵਿਸਾ, ਸਭ ਸਿਆਣਪਾ ਛੱਡ ਕੇ ਗੁਰ ਕੀ ਚਰਣੀ ਪਾ, ਮੇਰੇ ਮਨ ਸੁਖ ਸਹਿਜ ਸੇਤੀ ਜਪ ਨਾਉ। ਕਹਿੰਦੇ ਕਿ ਦਿਨ ਰਾਤ ਸੱਚੇ ਦਾ ਸ਼ੁਕਰ ਕਰ, ਜਿਹਨੇ ਤੇਰੀ ਝੋਲੀ ਵਿੱਚ ਸੁੱਖ ਪਾਇਆ। 8 ਪਹਿਰ ਆਰਾਧੀਏ, ਗੁਣ ਗੋਇੰਦ ਨਿਤ ਗਾਓ। ਕਹਿੰਦੇ ਕਿ ਨਿਤ ਦਿਹਾੜੇ ਮਾਲਕ ਦੀ ਇਬਾਦਤ ਕਰ। ਤਿਸ ਕੀ ਸ਼ਰਣੀ ਪਰਮ ਨਾ, ਜਿਸ ਜੀਵੜ ਅਵਰ ਨਾ ਕੋਈ। ਜਿਸ ਸਿਮਰਤ ਸੁਖ ਹੋਏ ਕਣਾ, ਦੁੱਖ ਦਰਦ ਨਾ ਮੁੱਲੇ ਹੋਏ। ਇਹ ਤਾਂ ਉਹਦੀ ਰਹਿਮਤ ਨਾਲ ਮਿਲਿਆ ਨਾ।
ਸੁੱਖ ਤੇ ਉਹਦੀ ਰਹਿਮਤ ਨਾਲ ਮਿਲਿਆ ਨਾ, ਮੇਰੀ ਕਿਸੇ ਮਿਹਨਤ ਕਰਕੇ ਨਹੀਂ। ਇਸ ਲਈ ਉਹਦੇ ਜੀਵਨ ਵਿੱਚ ਸੁੱਖ ਵਿੱਚ ਰਹਿੰਦਾ ਹੋਇਆ ਵੀ ਸ਼ੁਕਰ ਵਿੱਚ ਭਿੱਜਿਆ ਉਹ ਮਾਲਕ ਦੀਆਂ ਦਾਤਾਂ ਦਾ ਧੰਨਵਾਦ ਕਰਦਾ ਹੈ। ਜੇ ਦੁੱਖ ਆ ਜਾਏ, ਅਜਿਹੇ ਮਨੁੱਖ ਤੇ ਦੁੱਖ ਵੀ ਅਸਰ ਨਹੀਂ ਕਰਦਾ। ਜਿਤਨਾ ਮਰਜ਼ੀ ਵੱਡਾ ਦੁੱਖ ਆ ਜਾਏ, ਉਹ ਦੁੱਖ ਵਿੱਚ ਵੀ ਅਡੋਲ ਰਹਿੰਦਾ ਹੈ। ਉਹਦੇ ਜੀਵਨ ਵਿੱਚ ਇਹਨਾਂ ਚੀਜ਼ਾਂ ਦਾ ਅਸਰ ਨਹੀਂ ਹੁੰਦਾ। ਮੈਂ ਇੱਕ ਨਿੱਕੀ ਜਿਹੀ ਬੇਨਤੀ ਕਰਾਂ, ਅਸਲ ਵਿੱਚ ਗੁਰਮਤਿ ਨੇ, ਗੁਰੂ ਸਾਹਿਬ ਨੇ ਜਿਹੜਾ ਜੀਵਨ ਜਿਉ ਕੇ 239 ਸਾਲ, ਜਾਂ ਭਗਤਾਂ ਦੀ ਬਾਣੀ ਦਾ ਜਿਹੜਾ ਜੀਵਨ ਹੈ, ਉਹ ਸਾਡੀਆਂ ਅੱਖਾਂ ਸਾਹਮਣੇ ਇੰਨਾ ਲੰਮੇਰਾ ਸਮਾਂ ਜਿਉ ਕੇ ਤਾਂ ਹੀ ਦੱਸਿਆ ਵੀ ਜੇ ਸੁੱਖ ਹੋਵੇ ਤਾਂ ਸਾਨੂੰ ਕੀ ਕਰਨਾ ਚਾਹੀਦਾ, ਦੁੱਖ ਹੋਵੇ ਤਾਂ ਕੀ ਕਰਨਾ ਚਾਹੀਦਾ। ਹੁਣ ਜੇ ਦੁੱਖ ਹੋਵੇ ਤਾਂ ਵੀ ਅਡੋਲ ਰਹਿਣਾ ਹੈ। ਮਾਲਕ ਦੇ ਚਰਨਾਂ ਵਿੱਚ ਇੱਕ ਬੇਨਤੀ ਕਰਨੀ, ਸਾਈਆਂ ਮੈਨੂੰ ਪਤਾ ਲੱਗ ਗਿਆ, ਦੁੱਖ ਸੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ। ਦੁੱਖ ਤੇ ਸੁੱਖ ਤਾਂ ਅਸਲ ਵਿੱਚ ਦੋ ਕੱਪੜੇ ਨੇ। ਕਦੇ ਦੁੱਖ ਦਾ ਕੱਪੜਾ ਪਹਿਨ ਲੈਂਦਾ, ਕਦੇ ਸੁੱਖ ਦਾ ਕੱਪੜਾ ਪਹਿਨ ਲੈਂਦਾ। ਇੱਕ ਦਿਨ ਜੇ ਸੁੱਖ ਦੇ ਕੱਪੜੇ ਪਾਈ ਨਹੀਂ ਰਹਿਣੇ ਤਾਂ ਦੁੱਖ ਦੇ ਵੀ ਨਹੀਂ ਰਹਿਣੇ। ਉਹਨੂੰ ਇਸ ਗੱਲ ਦਾ ਅਹਿਸਾਸ ਹੋ ਜਾਂਦਾ ਹੈ। ਉਹ ਦੁੱਖ ਵਿੱਚ ਡੋਲਦਾ ਨਹੀਂ, ਮਾਲਕ ਅੱਗੇ ਬੇਨਤੀ ਕਰਦਾ ਹੈ, ਮਾਲਕ ਅੱਗੇ ਅਰਦਾਸ ਕਰਦਾ, ਸਤਿਗੁਰੂ ਇੱਕ ਕਿਰਪਾ ਕਰੀ, ਮੇਰਾ ਜੀਵਨ ਇਹੋ ਜਿਹਾ ਬਣ ਜਾਏ ਜੋ ਨੜ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇ ਅਰ ਭੈ ਨਹੀਂ ਜਾਂਕੈ, ਕੰਚਨ ਮਾਟੀ ਮਾਨੈ, ਨਹਿ ਨਿੰਦਿਆ ਨੇ ਉਸਤਤ ਜਾਂਕੈ, ਲੋਭ ਮੋਹ ਅਪਮਾਨਾ, ਹਰਖ ਸੋਗ ਤੇ ਰਹਿ ਨਿਆਰੋ, ਨਾਹੀ ਮਾਨ ਅਪਮਾਨਾ, ਆਸਾ ਮਨਸਾ ਸਗਲ ਤਿਆਗੈ, ਜਗ ਤੇ ਰਹਿ ਨਿਰਾਸਾ, ਕਾਮ ਕ੍ਰੋਧ ਜੇ ਪਰਸੈ ਨਾਹਿਨ, ਤੇ ਘਟ ਬ੍ਰਹਮ ਨਿਵਾਸਾ, ਗੁਰ ਕਿਰਪਾ ਜੇ ਨਰ ਕੋ ਕੀਨੀ, ਤੇ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਨੀ ਸੰਗ ਪਾਨੀ। ਉਹ ਦੁੱਖਾਂ ਵਿੱਚ ਡੋਲਦਾ ਨਹੀਂ, ਉਹ ਇਤਬਾਰ ਕਰਦਾ ਹੈ ਮੇਰੇ 'ਚ ਹੀ ਕਮੀ ਆਈ ਹੋਏਗੀ ਸਤਿਗੁਰੂ। ਦੁੱਖ ਲੱਗਦਾ ਹੀ ਉਦੋਂ ਹੈ, ਦੁੱਖ ਤਦੇ ਜਦ ਵਿਸਰ ਜਾਵੇ, ਭੁੱਖ ਪਿਆਪੈ ਬਹੁ ਬਿਧਾਵੇ। ਉਹ ਕਬੂਲ ਕਰਦਾ ਵੀ ਦੁੱਖ ਮੇਰੇ ਕਾਰਨ ਆਏ ਨੇ। ਉਹ ਸਮਝ ਲੈਂਦਾ ਇਸ ਗੱਲ ਨੂੰ ਵੀ ਦੁੱਖ ਵੀ ਤੇਰੀ ਇੱਕ ਦਾਤ ਹੈ, ਕਿਉਂਕਿ ਦੁੱਖ ਤੇ ਸੁੱਖ ਅਸਲ ਵਿੱਚ ਜੀਵਨ ਦੀਆਂ ਉਹ ਪ੍ਰੀਖਿਆਵਾਂ ਨੇ ਜਿਨ੍ਹਾਂ ਰਾਹੀਂ ਸ਼ਖਸੀਅਤ ਘੜੀ ਜਾਂਦੀ ਹੈ। ਸੁੱਖ ਹੋਵੇ ਤੇ ਮਨੁੱਖ ਡੋਲੇ ਨਾ, ਉਹ ਮਾਲਕ ਦੇ ਚਰਨਾਂ ਵਿੱਚ ਜੁੜੇ। ਮਹਾਰਾਜਾ ਰਣਜੀਤ ਸਿੰਘ ਹੈ, ਰਾਜ ਕਰ ਰਿਹਾ, ਸੁੱਖ ਹੈ, ਪਰ ਹਰ ਪਲ ਇੱਕ ਗੱਲ ਚੇਤੇ ਹੈ ਵੀ ਮੈਂ ਮਾਲਕ ਦਾ ਸ਼ੁਕਰ ਕਰਨਾ, ਮਾਲਕ ਦਾ ਧੰਨਵਾਦ ਕਰਨਾ। ਗੁਰੂ ਕੇ ਸਿੱਖ ਕੋਲੋਂ ਅੰਮ੍ਰਿਤਮਈ ਬਾਣੀ ਸੁਖਮਨੀ ਸਾਹਿਬ ਦਾ ਪਾਠ ਸੁਣਨਾ, ਨਿਤ ਦੀ ਕਿਰਿਆ ਸੀ ਸ਼ੁਕਰ ਕਰਨਾ। ਔਰ ਜੇ ਦੁੱਖ ਹੈ, ਦੁੱਖ ਵਿੱਚ ਵੀ ਮਾਲਕ ਦੇ ਭਾਣੇ ਨੂੰ ਮੰਨ ਕੇ ਤੁਰਨਾ, ਇਹ ਵਿਚਾਰ ਕਰਕੇ ਤੁਰਨਾ, ਮਾਲਕ ਜੀ ਕੇਤਿਆਂ ਦੁੱਖ ਭੁੱਖ ਸਦਮਾਰ, ਇਹ ਭੇਦਾਤ ਤੇਰੀ ਦਾਤਾਰ। ਤੇਰਾ ਦਿੱਤਾ ਦੁੱਖ ਵੀ ਮੈਨੂੰ ਕਿਸੇ ਜੀਵਨ ਦੀ ਘਾਟ ਘੜਨ ਵਾਸਤੇ ਆਇਆ। ਸੁੱਖ ਦੁੱਖ ਜੇ ਪਰਸੈ ਨਹੀਂ, ਉਹਦੀ ਜੀਵਨ ਸ਼ੈਲੀ ਤੇ ਅਸਰ ਨਹੀਂ ਪਾਉਂਦੇ, ਆਪਣੇ ਤੇ ਪਾਉਂਦੇ ਨੇ। ਨਿੱਕਾ ਜਿਹਾ ਦੁੱਖ ਹੋਵੇ, ਆਪਾਂ ਉਸ ਦੁੱਖ ਨੂੰ ਏਡਾ ਵੱਡਾ ਸਮਝ ਲੈਂਦੇ ਹਾਂ, ਕਦੇ ਮਾਲਕ ਤੇ ਭਰੋਸਾ ਹੀ ਨਹੀਂ ਕਰਦੇ। ਸਾਹਿਬ ਆਖਦੇ ਨੇ, ਕਹਿੰਦੇ ਸੁੱਖ ਦੁੱਖ ਜੇ ਪਰਸੈ ਨਹੀਂ, ਲੋਭ ਕਦੋਂ ਕਰਦਾ ਮਨੁੱਖ? ਜਦੋਂ ਇਹ ਚਾਹਤ ਰੱਖਦਾ ਵੀ ਸੁੱਖ ਮੇਰੇ ਕੋਲ ਹੀ ਹੋਵੇ, ਦੂਜਿਆਂ ਦੀ ਝੋਲੀ ਭਾਵੇਂ ਦੁੱਖ ਪੈ ਜਾਣ, ਉਦੋਂ ਲੋਭ ਦੇ ਅਧੀਨ ਹੋ ਜਾਂਦਾ। ਹਰ ਚੀਜ਼ ਮੇਰੇ ਕੋਲ ਹੋਵੇ, ਹਰ ਦਾਤ ਮੇਰੇ ਕੋਲ ਹੋਵੇ। ਹਜ਼ੂਰ ਆਖਦੇ ਨੇ, ਕਹਿੰਦੇ ਮੈਂ ਤੈਨੂੰ ਸਮਝਾਉਣਾ ਚਾਹੁੰਦਾ, ਲੱਭ ਲੋਭ ਮੁੱਚ ਕੂੜ ਕਮਾਵੇ, ਬਹੁਤ ਉਠਾਵੇ ਭਾਰੋ, ਤੂੰ ਕਾਇਆ ਮੈਂ ਰੁਲਦੀ ਦੇਖੀ, ਜਿਉਂ ਧਰ ਉੱਪਰ ਸ਼ਾਰੋ। ਬੜੀਆਂ ਆਪਣੇ ਮਨ ਵਿੱਚ ਬੇਈਮਾਨੇ ਕਰਨੇ ਮਨਾ। ਲੱਭ ਲੋਭ ਮੁੱਚ ਕੂੜ ਕਮਾਵੇ, ਬੜਾ ਕੂੜ ਕਮਾਉਣਾ ਹੈ, ਬਹੁਤ ਉਠਾਵੇ ਭਾਰੋ, ਪਰ ਕਾਇਆ ਮੈਂ ਮਿੱਟੀ ਦੇ ਉੱਤੇ ਇਹੋ ਜਿਹੀਆਂ ਜ਼ਿੰਦਗੀਆਂ ਰੁਲਦੀਆਂ ਵੇਖੀਆਂ ਨੇ
ਜਿਹੜੀਆਂ ਲੋਭ ਦੇ ਅਧੀਨ ਜੀਵਨ ਮੈਲਾ ਕਰਕੇ ਚਲੀ ਗਈਆਂ। ਜਬ ਲਗ ਮੋਹ ਮਗਨ ਸੰਗ ਮਾਏ, ਤਬ ਲਗ ਧਰਮ ਰਾਏ ਦੇ ਸਜਾਏ। ਜਦੋਂ ਤੱਕ ਉਹਨਾਂ ਦੇ ਅਸਰ ਹੇਠ ਜੀਵਨ ਜਿਉਣਾ ਹੈ, ਉਹਨਾਂ ਚਿਰ ਮਾਲਕ ਦੀਆਂ ਨਜ਼ਰਾਂ ਵਿੱਚ ਦੋਸ਼ੀ ਹੈ, ਕਬੂਲ ਨਹੀਂ ਹੋਣਾ ਉਹਦੇ ਪ੍ਰਭਾਵ ਥੱਲੇ ਜੀ ਜਿਉਣਾ। ਲੱਭ ਲੋਭ ਅਹੰਕਾਰ ਕੀ ਮਾਤੀ, ਮਾਇਆ ਮਹਿ ਸਮਾਣੀ। ਇਨੀ ਬਾਤੀ ਸ਼ੋ ਪਾਈਐ ਨਹੀਂ, ਭਈ ਕਾਮਣ ਇਆਣੀ। ਕਹਿੰਦੇ ਇਹਨਾਂ ਗੱਲਾਂ ਨਾਲ ਤੈਨੂੰ ਰੱਬ ਨਹੀਂ ਮਿਲਣਾ, ਪਰਮੇਸ਼ਰ ਨਹੀਂ ਮਿਲਣਾ। ਆਇਆ ਤੂੰ ਰੱਬ ਨੂੰ ਮਿਲਣਾ, ਆਇਆ ਪਰਮੇਸ਼ਰ ਨੂੰ ਮਿਲਣਾ। ਸੁਖ ਦੁੱਖ ਚੈ ਪਰਸੈ ਨਹੀਂ, ਲੋਭ ਮੋਹ ਅਪਮਾਨ। ਉਹਦੇ ਜੀਵਨ ਵਿੱਚ ਮੋਹ ਵੀ ਆਪਣਾ ਅਸਰ ਨਹੀਂ ਪਾਉਂਦਾ, ਮੋਹ ਵੀ ਉਹਦੇ 'ਤੇ ਆਪਣਾ ਅਸਰ ਨਹੀਂ ਪਾ ਸਕਦਾ, ਕਿਉਂਕਿ ਉਹਨੂੰ ਪਤਾ ਲੱਗ ਗਿਆ ਭਈ ਮੋਹ ਤਾਂ ਮੇਰੇ ਪਿਆਰੇ ਦੇ ਦਰ ਨੂੰ ਜਾਣ ਵਾਲੀਆਂ ਗਲੀਆਂ ਦਾ ਚਿੱਕੜ ਹੈ, ਇਹਨੇ ਮੈਨੂੰ ਨਹੀਂ ਤੁਰਨ ਦੇਣਾ, ਇਹਨੇ ਮੈਨੂੰ ਮਾਲਕ ਦੇ ਘਰ ਨਹੀਂ ਜਾਣ ਦੇਣਾ। ਮੈਨੂੰ ਪਤਾ ਲੱਗ ਗਿਆ ਮੋਹ ਚਿੱਕੜ ਫਾਥੇ ਨਿਗਰਤ ਹਮ ਜਾਤੇ, ਹਰ ਬਾਂਹ ਪ੍ਰਭੂ ਪਕਰਾਏ ਜੀਓ। ਉਹ ਮੋਹ ਦੇ ਅਧੀਨ ਜੀਵਨ ਨਹੀਂ ਗੁਜ਼ਾਰਦਾ, ਬਲਕਿ ਮੋਹ ਨੂੰ ਇਹ ਸੋਚਦਾ ਹੈ ਕੁਰਬਾਨ ਕੀਤਾ ਤਿਸੇ ਵਿਟੋਂ ਜਿਨ ਮੋਹ ਮਿੱਠਾ ਲਾਇਆ। ਮੋਹ ਤਾਂ ਤੂੰ ਇਸ ਲਈ ਲਾਇਆ ਸੀ ਵੀ ਮੈਂ ਆਪਣੇ ਬੱਚਿਆਂ ਦੀ ਪ੍ਰਤਿਪਾਲਨਾ ਕਰ ਸਕਾਂ, ਮੈਨੂੰ ਪਿਆਰੇ ਲੱਗਣ, ਮੈਨੂੰ ਮਿੱਠੇ ਲੱਗਣ, ਇਹ ਰਿਸ਼ਤੇ ਮੈਨੂੰ ਚੰਗੇ ਲੱਗਣ। ਸਹਿਬਾਗਤੇ ਨੇ ਲੋਭ ਮੋਹ ਅਹੰਕਾਰ, ਉਸ ਮਨੁੱਖ ਨੂੰ ਇਹ ਵੀ ਪਤਾ ਲੱਗ ਜਾਂਦਾ ਹੈ, ਅਹਿਸਾਸ ਹੋ ਜਾਂਦਾ ਹੈ ਮੈਂ ਆਪਣੇ ਜੀਵਨ ਵਿੱਚ ਅਹੰਕਾਰ ਨਹੀਂ ਕਰਨਾ, ਕਿਉਂਕਿ ਰੱਬ ਦੇ ਸੁਭਾਅ ਤੋਂ ਜਾਣੂ ਹੋ ਜਾਂਦਾ ਹੈ। ਉਹਨੂੰ ਪਤਾ ਲੱਗ ਜਾਂਦਾ ਹੈ ਭਈ ਮੇਰੇ ਮਾਲਕ ਨੂੰ ਹੰਕਾਰ ਚੰਗਾ ਨਹੀਂ ਲੱਗਦਾ। ਹੰਕਾਰ ਤਾਂ ਪਿਆਰਿਓ ਰੱਬ ਦੀ ਸ਼ਰੀਕੇਬਾਜ਼ੀ ਹੈ, ਹੰਕਾਰ ਤਾਂ ਰੱਬ ਦੀ ਸ਼ਰੀਕੇਬਾਜ਼ੀ ਹੈ, ਤੇ ਰੱਬ ਨੂੰ ਇਹ ਚੰਗਾ ਨਹੀਂ ਲੱਗਦਾ। ਇਹ ਤੇ ਜੇ ਮਾਲਕ ਦੇ ਘਰ ਆਪਣਾ ਮੁੱਖ ਦਿਖਾਉਣਾ ਚਾਹੁੰਦਾ ਹੈ, ਨਿਰੰਕਾਰ ਦੇ ਚਰਨਾਂ ਵਿੱਚ ਜੁੜੀ ਹੋਈ ਆਤਮਾ ਦੇ ਗੁਰੂ ਦੀਦਾਰ ਕਰਵਾ ਰਹੇ ਨੇ, ਕਹਿਣ ਲੱਗੇ ਉਹਦੀ ਇੱਕ ਖੂਬੀ ਹੈ, ਉਹਦਾ ਇੱਕ ਗੁਣ ਹੈ, ਉਹਦੇ ਜੀਵਨ ਵਿੱਚ ਹੰਕਾਰ ਨਹੀਂ ਹੁੰਦਾ। ਮੈਂ ਨਹੀਂ ਕਛ ਹਉ ਨਹੀਂ, ਕਛ ਆਹੀ ਨਾ ਮੂਰਾ, ਔਸਰ ਲੱਜਾ ਰੱਖ ਲੋ ਸਦਨਾ ਜਨ ਤੋਰਾ। ਅੱਜ ਆਪਾਂ ਦੂਜੇ ਪੱਖ ਜ਼ਿਆਦਾ ਵਿਚਾਰਨੇ ਨੇ। ਮੈਂ ਸਮੇਂ ਨੂੰ ਬਚਾਉਣਾ ਚਾਹੁੰਦਾ, ਪਰ ਫਿਰ ਵੀ ਮੈਂ ਇੱਕ ਨਿੱਕਾ ਜਿਹਾ ਦ੍ਰਿਸ਼ਟਾਂਤ ਦੇ ਕੇ ਅੱਗੇ ਤੁਰਾਂਗਾ। ਦੋ ਗੱਲਾਂ ਤੇ ਬਹੁਤ ਪਹਿਰਾ ਦਿਆ ਕਰੀਏ, ਬਹੁਤ ਜ਼ਿਆਦਾ, ਬਹੁਤ ਜ਼ਿਆਦਾ। ਨੰਬਰ 1, ਮਨਾ ਜਿੰਨਾ ਤੂੰ ਹੰਕਾਰ ਕਰਨਾ ਹੈ ਨਾ, ਉਹਨਾਂ ਤੋਂ ਕਿਸੇ ਦਾ ਕੁਛ ਨਹੀਂ ਵਿਗਾੜ ਰਿਹਾ, ਸਿਰਫ ਆਪਣਾ ਵਿਗਾੜ ਰਿਹਾ। ਇਤਨਾ ਭਿਆਨਕ ਰੋਗ ਹੈ, ਸਤਿਗੁਰੂ ਨੇ ਇਹਨੂੰ ਦੀਰਘ ਰੋਗ ਆਖਿਆ ਹੈ। ਸਿਆਣੇ ਬੰਦਿਆਂ ਨੇ ਕਿਹਾ ਵੀ 3 ਚੀਜ਼ਾਂ ਤੋਂ ਕਦੇ ਵਿਛੜਾ ਨਹੀਂ ਹੋਣਾ ਚਾਹੀਦਾ, ਇੱਕ ਕਰਜ਼, ਇੱਕ ਮਰਜ਼, ਇੱਕ ਫਰਜ਼। ਕਰਜ਼ ਤੋਂ ਵੱਡਾ ਵਿਛੜਾ ਹੋ ਜਾਏ ਮੁੜ ਕੇ ਸਿਰ ਚੜ ਜਾਏਗਾ, ਉਹ ਫਿਰ ਉਤਾਰਨਾ ਔਖਾ ਹੈ। ਮਰਜ਼ ਜੇ ਅੱਜ ਨਾ ਪਕੜੀ ਤੇ ਕੱਲ੍ਹ ਇਹਨੇ ਵੱਧ ਕੇ ਮਿਲਣਾ ਹੈ। ਫਰਜ਼ ਜੇ ਅੱਜ ਨਾ ਪਛਾਣਿਆ ਕੱਲ੍ਹ ਵੱਡਾ ਹੋ ਜਾਣਾ ਹੈ। ਰੋਗ ਹੈ ਤਾਂ ਇਹ ਤਾਂ ਮਰਜ਼ ਹੈ, ਜੇ ਮਨਾ ਤੂੰ ਅੱਜ ਨਹੀਂ ਪਛਾਣੀ ਤੇ ਕੱਲ੍ਹ ਬਹੁਤ ਵੱਡਾ ਇੱਕ ਦੁੱਖ ਲੱਗ ਜਾਣਾ ਹੈ, ਦੀਰਘ ਰੋਗ ਬਣ ਜਾਣਾ। ਕਿਸੇ ਨੂੰ ਕੁਝ ਪੁੱਛਣ ਦੀ ਲੋੜ ਨਹੀਂ, ਆਪਣੇ ਆਪ ਨੂੰ ਪੁੱਛ ਕੇ ਦੇਖ ਮਨਾ, ਤੂੰ ਹੰਕਾਰ 'ਚ ਕਦੋਂ ਤੱਕ ਜੀਏਗਾ? ਤੂੰ ਪਿਆਰ 'ਚ ਕਿਉਂ ਨਹੀਂ ਜਿਉਂਦਾ? ਪਿਆਰ ਦੀ ਇਹ ਖੂਬੀ ਹੈ, ਜਿੱਥੇ ਪਿਆਰ ਹੁੰਦਾ ਉੱਥੇ ਹੰਕਾਰ ਨਹੀਂ ਹੁੰਦਾ। ਦੂਜੀ ਬੇਨਤੀ ਕਰਨ ਲੱਗਾ ਸਾਂ, ਆਪਣੇ ਆਪ ਨੂੰ ਆਪ ਵੀ ਵੇਖਿਆ ਕਰੀਏ। ਅੱਜ ਦਾ ਮਨੁੱਖ ਬੜਾ ਸੁਚੇਤ ਹੈ, ਮੇਰਾ weight ਵੱਧ ਰਿਹਾ ਹੈ, ਮੇਰਾ weight ਘਟ ਰਿਹਾ ਹੈ। ਕੁਝ ਦਿਨਾਂ ਬਾਅਦ ਚੈੱਕਅਪ ਕਰਵਾਉਂਦਾ, ਮੈਨੂੰ ਕੋਈ ਰੋਗ ਤਾਂ ਨਹੀਂ ਲੱਗ ਰਿਹਾ। ਹਰ ਗੱਲ ਵੇਖਦਾ, ਪਰ ਕਦੇ ਅੰਦਰ ਨਹੀਂ ਝਾਤ ਮਾਰਦਾ, ਅੰਦਰ ਵੀ ਦੇਖ ਤੂੰ ਰੱਬ ਤੋਂ ਦੂਰ ਹੋ ਰਿਹਾ ਕਿ ਨੇੜੇ ਹੋ ਰਿਹਾ। ਬਾਹਰੋਂ ਸਫੇਦ ਹੁੰਦਾ ਜਾ ਰਿਹਾ ਹੈ,
ਅੰਦਰੋਂ ਕਾਲਾ ਹੁੰਦਾ ਜਾ ਰਿਹਾ ਮਨ, ਅੰਦਰੋਂ ਕਾਲਾ ਹੁੰਦਾ ਜਾ ਰਿਹਾ। ਆਪਣੇ ਆਪ ਨੂੰ ਵੇਖ। ਤਾਂ ਹਜ਼ੂਰ ਨੇ ਕਿਰਪਾ ਕੀਤੀ, ਉਸ ਮਨੁੱਖ ਦੀ ਇਹ ਪਾਵਨ ਵਿਚਾਰ ਸਮਝਾਈ ਹੈ ਜਿਹੜਾ ਰੱਬ ਨਾਲ ਜੁੜਿਆ ਹੋਇਆ। ਇੱਕ ਵਾਰੀ ਮੈਂ ਸ਼ਲੋਕ ਤੁਹਾਡੇ ਖਿਆਲ ਵਿੱਚ ਫਿਰ ਰੱਖਣਾ ਚਾਹੁੰਦਾ, ਫਿਰ ਆਪਾਂ ਗੱਲ ਸ਼ੁਰੂ ਕਰਾਂਗੇ। ਸੁੱਖ ਦੁੱਖ ਜੇ ਪਰਸੈ ਨਹੀਂ, ਪਰਸੈ ਦਾ ਮਤਲਬ ਆਪਣੇ ਅਸਰ ਹੇਠ ਨਹੀਂ ਕਰ ਸਕਦੇ ਉਸ ਮਨੁੱਖ ਨੂੰ। ਸੁੱਖ ਦੁੱਖ ਜੇ ਪਰਸੈ ਨਹੀਂ, ਲੋਭ ਮੋਹ ਅਭਿਮਾਨ। ਲੋਭ ਮੋਹ ਅਤੇ ਹੰਕਾਰ ਉਹਦੇ 'ਤੇ ਆਪਣਾ ਅਸਰ ਨਹੀਂ ਪਾ ਸਕਦੇ। ਕਿਉਂ? ਕਿਉਂਕਿ ਉਹਦੇ ਅੰਦਰ ਰੱਬ ਬੈਠਾ। ਉਹਨੂੰ ਪਤਾ ਲੱਗ ਗਿਆ ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ ਤੇਰਾ ਨਾਮ। ਆਠ ਪਹਿਰ ਆਰਾਧੀਏ ਪੂਰਨ ਸਤਿਗੁਰ ਗਿਆਨ। ਉਹਨੂੰ ਕਿਸ ਗੱਲ ਦਾ ਦੁੱਖ ਲੱਗਣਾ। ਹੁਣ ਗੱਲ ਅੱਗੇ ਤੋਰੀਏ। ਮੈਂ ਬੇਨਤੀ ਕਰਾਂਗਾ ਵੀ ਬੜੀ ਤਵੱਜੋ ਦੇ ਕੇ ਸਰਵਣ ਕਰਨਾ। ਮੈਂ ਅਰਜ਼ ਕਰਾਂ ਤੁਹਾਡੇ ਚਰਨਾਂ 'ਚ। ਕਹੋ ਨਾਨਕ ਸੁਣ ਰੇ ਮਨਾ। ਹੁਣ ਮਨੁੱਖ ਕਿਹੋ ਜਿਹਾ ਬਣ ਗਿਆ? ਜਿਹਦੇ 'ਚ 5 ਗੁਣ ਆ ਗਏ, ਉਹ ਕਿਹੋ ਜਿਹਾ ਬਣ ਗਿਆ? ਕਹੋ ਨਾਨਕ ਸੁਣ ਰੇ ਮਨਾ, ਸੋ ਮੂਰਤ ਭਗਵਾਨ। ਗੁਰੂ ਤੇਗ ਬਹਾਦਰ ਸਾਹਿਬ ਦੇ 2-2 ਪੰਕਤੀਆਂ ਦੇ ਸ਼ਲੋਕ ਨੇ। ਮੈਂ ਹੈਰਾਨ ਹੁੰਦਾ ਜਦੋਂ ਪੜ੍ਹਦਾ, ਕਿਤਨੇ ਲੰਮੇ ਸਮੇਂ ਦੇ ਫਲਸਫੇ ਨੂੰ ਚੈਲੰਜ ਕਰ ਦਿੱਤਾ ਸਿਰਫ 2-2 ਪੰਕਤੀਆਂ 'ਚ। ਜਿਨ੍ਹਾਂ ਲੋਕਾਂ ਨੇ ਸੰਸਾਰ ਦੀ ਸੁੰਦਰ ਨਗਰੀ ਨੂੰ ਵੇਖਿਆ, ਉਹਨਾਂ ਦੇ ਮਨਾਂ 'ਚ ਖਿਆਲ ਪੈਦਾ ਹੋਇਆ, ਜੇ ਇਤਨੀ ਸੁੰਦਰਤਾ ਰੱਬ ਕੋਲੋਂ ਆਈ ਹੈ ਤੇ ਉਹ ਖੁਦ ਕਿੰਨਾ ਸੁੰਦਰ ਹੋਏਗਾ। ਉਹਦੇ ਦੀਦਾਰਾਂ ਦੀ ਭੁੱਖ ਲੱਗੀ। ਇਸ ਭੁੱਖ ਵਿੱਚੋਂ ਸਵਾਰਥੀ ਲੋਕਾਂ ਨੇ ਆਪਣਾ ਰਾਹ ਲੱਭ ਲਿਆ। ਰਾਹ ਕੀ ਲੱਭਿਆ ਉਹਨਾਂ ਨੇ ਵੇਖਿਆ ਵੀ ਇਹਦੇ ਅੰਦਰ ਭੁੱਖ ਤਾਂ ਹੈ। ਇਹ ਪੁੱਛਦਾ ਹੈ ਲੋਕਾਂ ਨੂੰ, ਭਈ ਮੇਰਾ ਮਾਲਕ ਕਿਹੋ ਜਿਹਾ ਹੈ, ਮੇਰਾ ਸੁਆਮੀ ਕਿਹੋ ਜਿਹਾ, ਮੈਂ ਰੱਬ ਨੂੰ ਮਿਲਣਾ ਚਾਹੁੰਦਾ। ਤੇ ਜਦੋਂ ਇਹਨੂੰ ਲੋਕਾਂ ਨੂੰ ਸਮਝਾਇਆ, ਬਸ ਇੱਥੇ ਬੇਈਮਾਨਾ ਕਰ ਲਿਆ। ਯਾਦ ਰੱਖਿਓ, ਭਾਸ਼ਾ ਸ਼ੁਰੂਆਤ ਵਿੱਚ ਸਭ ਨੇ 2 ਤਰ੍ਹਾਂ ਦੀ ਪੜ੍ਹੀ ਹੁੰਦੀ ਹੈ। ਤੁਸੀਂ ਵੀ ਪੜ੍ਹੀ, ਮੈਂ ਵੀ ਪੜ੍ਹੀ, ਸਦੀਆਂ ਪਹਿਲਾਂ ਵੀ ਲੋਕਾਂ ਨੇ ਪੜ੍ਹੀ। ਭਾਸ਼ਾ 2 ਤਰ੍ਹਾਂ ਦੀ ਹੁੰਦੀ, ਇੱਕ ਚਿੰਨ੍ਹਾਤਮਕ ਭਾਸ਼ਾ, ਇੱਕ ਸ਼ਬਦਾਂ ਦੀ ਭਾਸ਼ਾ, ਅੱਖਰਾਂ ਦੀ ਭਾਸ਼ਾ। 2 ਚੀਜ਼ਾਂ ਹੁੰਦੀਆਂ ਨੇ। ਅੱਜ ਵੀ ਤੁਸੀਂ ਦੇਖੋ, ਲਾਇਸੈਂਸ ਲੈਂਦਾ ਜਿਹੜਾ ਬੰਦਾ, ਉਹਨੂੰ 2 ਤਰ੍ਹਾਂ ਦੇ ਇੱਕ ਚਿੰਨ੍ਹ ਵੀ ਦੇਖਣੇ ਪੈਂਦੇ ਨੇ ਵੀ ਇਹਦਾ ਮਤਲਬ ਕੀ ਹੈ। ਤੇ ਦੂਜੀ ਗੱਲ ਯਾਦ ਰੱਖੋ ਜੀ, ਉਹਨੂੰ ਸ਼ਬਦ ਵੀ ਚੇਤੇ ਕਰਨੇ ਪੈਂਦੇ ਨੇ, ਨਿਯਮ ਵੀ ਚੇਤੇ ਕਰਨੇ ਪੈਂਦੇ ਨੇ। ਜਿਸ ਦਿਨ ਵਿਦਿਆਰਥੀ ਪਹਿਲੇ ਦਿਨ ਸਕੂਲ ਜਾਂਦਾ ਹੈ, ਬੱਚਾ ਪਹਿਲੇ ਦਿਨ ਸਕੂਲ ਜਾਂਦਾ ਹੈ, ਤੇ ਉਸ ਦਿਨ ਉਹਦੀ ਜਿਹੜੇ ਬੈਗ ਵਿੱਚ ਇੱਕ ਕਿਤਾਬ ਹੁੰਦੀ ਹੈ, ਉਹਦੇ 'ਚ 2 ਹੀ ਚੀਜ਼ਾਂ ਹੁੰਦੀਆਂ ਨੇ, ਤਸਵੀਰਾਂ ਵੀ ਹੁੰਦੀਆਂ ਨੇ, ਨਿਸ਼ਾਨੀਆਂ ਵੀ ਹੁੰਦੀਆਂ ਨੇ, ਚਿੰਨ੍ਹ ਵੀ ਹੁੰਦੇ ਨੇ, ਪਰ ਚੇਤੇ ਰੱਖਿਓ ਨਾਲ ਅੱਖਰ ਵੀ ਹੁੰਦੇ ਨੇ। ਹੁਣ ਜਿਹੜਾ ਤਾਂ ਸਿਆਣਾ ਵਿਦਿਆਰਥੀ ਹੈ, ਉਹ ਹੌਲੀ ਹੌਲੀ ਪੜ੍ਹਦਿਆਂ ਇੱਕ ਦਿਨ ਉਹਨਾਂ ਇਸ਼ਾਰਿਆਂ ਨੂੰ, ਉਹਨਾਂ ਚਿੰਨ੍ਹਾਂ ਨੂੰ ਛੱਡ ਜਾਂਦਾ ਹੈ ਤੇ ਅੱਖਰਾਂ ਨੂੰ ਅੱਗੇ ਲੈ ਜਾਂਦਾ ਹੈ। ਕਿਉਂਕਿ ਜ਼ਿੰਦਗੀ ਦਾ ਸਦੀਵੀ ਸਾਥ ਇਸ਼ਾਰਿਆਂ ਨੇ ਨਹੀਂ ਦੇਣਾ। ਜ਼ਿੰਦਗੀ ਦਾ ਸਦੀਵੀ ਸਾਥ ਜੀਵਨ ਵਿੱਚ ਸ਼ਬਦ ਨੇ ਦੇਣਾ। ਤੁਸੀਂ ਕਈ ਵਾਰੀ ਕਿਸੇ ਨੂੰ ਰਸਤਾ ਪੁੱਛਿਆ ਹੋਏਗਾ, ਕੋਈ ਗੱਲ ਪੁੱਛੀ ਹੋਏਗੀ, ਉਹਨੇ ਕੁਛ ਨਾ ਕੁਛ ਇਸ਼ਾਰੇ ਕਰਕੇ ਤੁਹਾਨੂੰ ਸਮਝਾਇਆ ਹੋਏਗਾ, ਪਰ ਤੁਸੀਂ ਚੇਤੇ ਰੱਖਿਓ, ਜੇ ਅੱਜ ਉਹਦੀ ਗੱਲ ਤਾਂ ਚੇਤੇ ਹੋਏਗੀ, ਪਰ ਉਹਨੇ ਕਿਹੜਾ ਇਸ਼ਾਰਾ ਕਰਕੇ ਗੱਲ ਸਮਝਾਈ ਸੀ ਭੁੱਲ ਗਏ। ਕਿਉਂਕਿ ਇਸ਼ਾਰੇ ਸਦੀਵ ਨਹੀਂ ਰਹਿੰਦੇ, ਸਦੀਵ ਕੇਵਲ ਸ਼ਬਦ ਰਹਿੰਦੇ ਨੇ। ਤੇ ਹਜ਼ੂਰ ਨੇ ਕਿਰਪਾ ਕੀਤੀ, ਕਹਿਣ ਲੱਗੇ ਸ਼ੁਰੂਆਤ ਵਿੱਚ ਹੋ ਸਕਦਾ ਹੈ ਕਿਸੇ ਨੇ ਰੱਬ ਦੀਆਂ ਗੱਲਾਂ ਸਮਝਾਉਣ ਵਾਸਤੇ ਨਾਲ ਇੱਕ ਮੂਰਤ ਖੜੀ ਕਰ ਦਿੱਤੀ, ਭਈ ਆਹ ਰੱਬ ਦੀ ਮੂਰਤ ਹੈ ਤੇ ਇਵੇਂ ਦੇ ਇਹਦੇ ਵਿੱਚ ਗੁਣ ਨੇ, ਪਰ ਤੂੰ ਗੁਣ ਚੇਤੇ ਰੱਖੀ। ਜਿਹੜਾ ਲਾਇਕ ਵਿਦਿਆਰਥੀ ਹੁੰਦਾ ਉਹ ਸ਼ਬਦ ਪਕੜ ਲੈਂਦਾ, ਜਿਹੜਾ ਨਲਾਇਕ ਹੁੰਦਾ ਉਹ ਮੂਰਤੀਆਂ ਤੱਕ ਹੀ ਰੁਕ ਜਾਂਦਾ। ਮੈਨੂੰ ਮਾਫ ਕਰਿਓ, ਕਹਿਣ ਦੀ ਆਗਿਆ ਦਿਓ, ਜਿਹੜੇ ਨਲਾਇਕ ਵਿਦਿਆਰਥੀ ਨੇ ਉਹ ਸਿਰਫ ਮੂਰਤੀਆਂ ਤੱਕ ਹੀ ਰੁਕ ਗਏ। ਸਤਿਗੁਰੂ ਨੂੰ ਕਹਿਣਾ ਪਿਆ, ਬੁੱਤ ਪੂਜ ਹਿੰਦੂ ਮੂਏ,
तुर्क मुए सिर नाई, ओयले जा रहे ओयले काटे, तेरी गत दोहों नहीं पाई, तेरी अवस्था तो दोवें जने जान नहीं सके। गुरु ने किन्ने लंबे समय के फलसफे नूं बदला के रख दिता। भलिया रब की मूर्त किसे इहो जिहियां मूर्तियां विच ना वेखी, तैनूं भुलेखा होएगा, तैनूं भुलेखा होएगा। छोटी जी एक गल कवां, एक मंदिर विच एक सादगी जी वाला, एक मजदूरी करने वाला, सादे जे कपड़े पाए ने, वो गया मंदिर विच घूमदा फिरदा ते खड़खड़ा के हसदा है। उत्थों के पुजारी ने गल कही, कहन लगे भलिया तैनूं मंदिर आउण दा नहीं पता? कहन लगे क्यों? कहन लगे कोई इबादत कर, कोई नमस्कार कर, कोई भेटा रख, कोई ना ले रब दा, तू कोल खड़खड़ा के हसदा बुतां दे दुआले। वो कहन लगे मैं तां हसना है, मैं रब नूं कहना रब्बा जिहो जी मूर्त तू बनाउणा है ना, ओही जी मैं नहीं बना सकदा, तू कमाल दी मूर्त बनाउणा है। मेरी वाली तो खड़ी है, केवल तेरी वाली मूर्त चलती फिरती है, तेरी वाली मूर्त बोलती है, तेरी वाली मूर्त किन्नियां वधिया गल्लां करदी, दुख सुख नूं महसूस करती है। तेरियां मूर्तां किन्नियां सोहणियां सन, मेरियां मूर्तां उसके मुकाबले विच कुछ भी नहीं। पर मैं हैरान है, होना तो यह चाहता सी भी मेरी मूर्त तेरी मूर्त अगे झुक जाती, पर मैनूं दुख है तेरियां बनाईयां मूर्तियां मेरियां मूर्तियां अगे झुकदियां ने। गुरु ने किड्डा वड्डा फलसफा सानू दिता है, रब नूं किसे आकार विच ना मिलण दी लोचा रखी मना, रब नूं विचार विच मिलण दी लोचा रखी। इसे लिए हजूर ने बड़ी वड्डी दात साडी झोली पाई है। पूजा अकाल की, परचा शब्द का, दीदार खालसे का। कुछ एक प्रमाण देने चाहना है, तवज्जो दे के फिर समझियो, मैं बेनती करांगा। जितने भी ये धर्म ने, इस्लाम धर्म है, ईसाई धर्म है, ਜਿਹੜੇ ਇਹ ਧਰਮ ਨੇ, ਇਹਨਾਂ ਦੇ ਪਿਤਾਮਾ, ਇਹਨਾਂ ਦੇ ਬਜ਼ੁਰਗਾਂ ਦਾ ਨਾਮ ਸੀ ਇਬਰਾਹਿਮ। ਪ੍ਰਿੰਸੀਪਲ ਗੰਗਾ ਸਿੰਘ ਨੇ ਕਿਤਾਬ ਲਿਖੀ ਜੀਵਨ ਕਿਰਨਾਂ, ਉਹਦੇ ਵਿੱਚ ਜ਼ਿਕਰ ਹੈ। ਉਹ ਇਬਰਾਹਿਮ, ਉਹਦੇ ਤੋਂ ਅੱਗੇ ਧਰਮ ਪੈਦਾ ਹੋਏ ਨੇ ਸਾਰੇ ਸ਼ਾਮੀ ਧਰਮ ਨੇ ਜਿਹੜੇ। ਤੇ ਇਬਰਾਹਿਮ ਦਾ ਬਾਪ ਜਿਹੜਾ ਉਹ ਬੁੱਤ ਬਣਾਉਂਦਾ ਸੀ। ਇੱਕ ਵਾਰੀ ਕਿਤੇ ਨੇੜੇ ਤੇੜੇ ਮੇਲਾ ਲੱਗਣਾ ਸੀ, ਉਹ ਆਪਣੇ ਬੁੱਤ ਲੈ ਕੇ ਚਲਾ ਗਿਆ। ਇਬਰਾਹਿਮ ਇਹਦੇ ਤੋਂ ਬਾਕੀ ਸੀ, ਪਰ ਪਤਾ ਨਹੀਂ ਸੀ ਲੱਗਦਾ ਮੈਂ ਕਿਵੇਂ ਜ਼ਾਹਰ ਕਰਾਂ। ਉਹ ਇਬਰਾਹਿਮ ਦੀ ਸੁਭਾਵਕ ਕੀ ਥੋੜੀ ਸਿਹਤ ਢਿੱਲੀ ਸੀ ਉਸ ਦਿਨ, ਤੇ ਉਹ ਬਾਪ ਤਾਂ ਲੈ ਕੇ ਚਲਾ ਗਿਆ ਬੁੱਤ ਗੱਡਾ ਭਰ ਕੇ। ਤੇ ਜਦੋਂ ਸ਼ਾਮ ਨੂੰ ਵਾਪਸ ਪਰਤੇ ਆ, ਆਪਣੇ ਬੁੱਤ ਖਾਨੇ ਵਿੱਚ ਬੁੱਤ ਰੱਖਣ ਲੱਗਾ ਜਿਹੜੇ ਬਾਕੀ ਬੱਚੇ ਨੇ, ਤੇ हैरान होया उत्ते सारे बुत तोड़े पे ने। किसी की लत्त है नहीं, किसी की बांह है नहीं, किसी का मूँह है नहीं। वो हैरान होया, सारे बुत तोड़े पे ने। वो भज के गया अपने पुत्र नूं इब्राहिम नूं कहन लगा, इब्राहिम अंदर कौन आया सी? कहने कोई भी नहीं। कहने ये किवें हो सकदा, सारे बुत टुटे पे ने? कहने मैं भी रौला सुनिया सी, बड़ा रौला सुनिया, जिवें बड़ी लड़ाई हुई इन्हां दी। कहन लगे वो किवें? कहन लगे एक बुत ने, छोटिया ने वड्डियां नूं पहले झिड़किया, वड्डियां ने छोटिया नूं तोड़ दिता, इन्हां दी आपसी लड़ाई हुई है। वो इब्राहिम दा बाप मत्थे हत्थ मार के कहन लगा, तू किड्डियां मूर्खां दीयां गल्लां करना, कदे बुत भी बुत नूं तोड़ सकदा है, तां खिलण जोगे नहीं। कहंदा बस मैं आही गल कहनी चाहुंदा सी, जिहड़ा खिल भी नहीं सकदा वो तैनूं पार किवें लाएगा? क्यों लोकां नाल धोखा करना है? सच करके जाने हो, मक्के की धरती के उत्ते पवित्र काबे दे विच भी 360 बुत हुंदे सन। हजरत मुहम्मद साहब ने कढ़े सन। दूजी गल, सुकरात का नाम तुसीं सुनिया होएगा, यूनान बड़ा मान करता है सुकरात ते सिकंदर उत्ते। सिकंदर ते सुकरात दोवें यूनान दे सन। सिकंदर दा बाप भी बुत घड़दा सी बड़ा दाना, गरीबी सी, घर च पढ़न का वक्त ना मिलिया। क्रेतो नां दे बंदे कोलों इहने बड़ा प्रभावित होया सी, गुण सिखे सन। इहनूं वक्त दा राजा नाल ले गया। इहदे बोलां च बड़ी ताकत है। सिपाहियां नूं कुछ इहो जिहा कहना हुंदा जिहदे नाल उन्हां दे हौसले बुलंद रहण। वो जंग विच नाल ले गया, पर सुकरात इकल्ला बैठा रहिंदा, सिपाहियां नूं कुछ नहीं कहंदा। राजा बड़ा हैरान होया, कहन लग्या तैनूं जिस काम लई लिआंदे तूं करदा ते है नहीं।
वो कहने लगे माफ़ करना, मैं थोड़ा अज की भाषा च कह लीए मैं बहुत अपने कम्मां च मसरूफ रहना, मैं बिजी रहना, तां करके मेरे को वक्त नहीं मिलता। वो कहना तू बेला तो बैठा रहना, कहना नहीं मैं बहुत कुछ सोचदा है। कहने लगे मैनू ये भी पता लगे तू बुतां दी खिलाफ अपने वालों लोगों को भड़काउणा है, मैं समझना तू बुतां दी तौहीन करना है। उन्हें आख्या मैं नहीं करता। कहने लगे तू बुतां के खिलाफ क्यों बोलता है? कहने लगे मैं तां बोलना है भी बुत मेरे लिए लाभकारी नहीं है, मैनू जड़ का जड़ रख देणगे, मैनू पत्थर का पत्थर ही रख देणगे। कहने लगे मेरे लिए लाभकारी, कहने लगे तेरे ते मेरे बाप लिए दोनों लिए लाभकारी। मेरा बाप इनू बेच के पैसे कमाउंदा, तू इन्हां दे सिर ते टैक्स लेना। लोगों को बुद्धू बनाया, सच दे राह ते नहीं पैण दिंदा। याद रखो जे सुकरात नूं सिर्फ इसलिए जहर का प्याला दिता गया सी भई बुत ਜਿਹੜੇ बुतां नूं पूजन वाले सन लोग, वो कहंदे सन ये साकत बंदा है। कितना समा पहलां दीयां गल्लां ने गुरु साहब के जीवन तो। तीजी उदाहरण देनी चाहुंदा, बड़ी तवज्जो दे के समझो। तीजी उदाहरण ये है, जदों कदे अपने अंदर कदे तुसी इन्हां विचारां नूं तुसी खुद भी देख सकते हो। एक ज्वाइंट कंपनी है, उन्हें किताब छापी है बुत परस्त नहीं, ते उहदे विच एक जिक्र किया होया बड़ा प्यारा, बहुत वधिया जिक्र किया भी 1905 विच, सन 1905 विच अफगानिस्तान की धरती के उत्ते गुरु हरराय साहब जी के नाल संबंधित एक गुरुद्वारा बनया होया। तो उस गुरुद्वारे में सनातनी धर्म वालियां ने उदों हल्ले होंदे सन, गुप्त रूप च अज प्रतख रूप च ने, समझ असी अज भी नहीं रहे। तो बेनती करा उन्होंने उत्थे बुत रखने की कोशिश की। उथों दा अब्दुल रहमान उठों का राजा सी, ते उन्होंने दोने धिरां नूं बुला के पूछया, गुरसिक्खी का इतिहास पढ़िया, सारी गल तो जाणू होया। 1905 में उन्हें बुत नहीं सी रखण दिते। कहण लगे मैनूं पता लग गया सिख बुत पूज नहीं है। 1905 की घटना है। इत्थे बस नहीं, महमूद गजनवी SS अमोल ने शेख फरीद के बारे च किताब लिखी है, तो शेख फरीद के जीवन में उन्होंने जिक्र किया बड़ा प्यारा भाई जदों कदे महमूद गजनवी उन तो पता होएगा तो भी 17 हमले किए ने उन्हें। एक हमले के दरमियान जदों वो बुत ढोण लगा तो उन्होंने लोगों ने करोड़ों रुपया देना ऑफर किया सी, तो बुत ना तोड़ सोमनाथ मंदिर दे, जिन्ना पैसा तू चाहना उन्ना पैसा ले जा। उन्हें आख्या सी मैनू करोड़ों रुपया की लोड़ नहीं, पर इस्लाम नू दाग लग जाएगा भी मैं बुत परस्त है, मैं बुत शिकन है, मैं बुत परस्त नहीं है। याद रखो जे अज साडी जिंदगी के अंदर मूर्तियां बना के ते असी अपने सच तो मालिक के दर तो टुट गए हैं। गुरु ने किड्डी वड्डी सानू गल समझाई। मैं एक बार श्लोक तुहाडे ख्याल में फिर रखना चाहुंदा, किड्डे क्रांतिकारी श्लोक ने, मैं हैरान होना। सुख दुख जे परसै नहीं, लोभ मोह अभिमान, कहो नानक सुन रे मना, सो मूर्त भगवान भगवान दी आ मूर्ति है। इहो जहे लोग, इहो जहे प्यारे जिउंदियां जागदियां रब दियां मूर्तियां ने, परमेश्वर दियां मूर्तियां ने। इन्हां मूर्तियां तो तैनूं की मिलना है मना। गुरु ने किड्डी वड्डी किरपा की। किसी भी गुरु नूं अपनी फोटो नहीं दिती, किसी भी गुरु ने किसी भगत की फोटो नहीं बनाई, किसी भी गुरु ने दरबार साहब के अंदर कोई फोटो नहीं लाई, तो केवल गुरु ग्रंथ साहब का प्रकाश किया है। गुरु अर्जन पातशाह ने पूछ लियो, तेरे बापू का बनाया स्थान है, तू अपने बापू की फोटो तो ला देंदा। गुरु ने आख्या जे तेनों शब्दों में गुरु नहीं ना लभदा, सजना तेनों मूर्तियां चो भी कख नहीं लभना। यकीन करके जाने मैं फिर बेनती करा, किसी वेले ये इशारियां की भाषा सी, इनू छड्ड दईए, शब्द नूं पकड़ लईए ते अपने मन विच भरोसा करके तुरीए। रोज सिख खलो के पढ़दा, जो प्रभ को मिल बो चाहे, खोज शब्द मैले, आज्ञा पई अकाल की, तबे चलायो पंथ, सब सिखन को हुक्म है।
गुरु मानियो ग्रंथ, गुरु ग्रंथ जी मानियो, प्रगट गुरां की दे, जो प्रभु को मिल बोझ है, खोज शब्द मैले, शब्द लड़ जुड़ जाइए, फिर साडा जीवन ए लोक सुखीए परलोक सुहेले। नानक हर प्रभापे मेले, भुलां नूं खिमा करना, प्यार नाल आखो जी वाहिगुरू जी का खालसा वाहिगुरू जी की फतेह।